दावा कर रहे हो कि कांग्रेस की सरकार बननी है? ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਜ਼ਰੂਰ ਚਾਹੇ ਦਬੇ ਬੈਠੇ ਹਨਗੇ, ਕੇਜਰੀਵਾਲ ਸਾਹਿਬ ਆ ਕੇ ਜੋ ਮਰਜ਼ੀ ਇੱਥੇ ਕਹਿ ਜਾਣ, ਉਹਨਾਂ ਦਾ ਵੀ ਜਿਹੜਾ ਉਹਨਾਂ ਦੇ ਅਕਸ ਤੇ ਵੀ ਕਿੰਤੂ ਪਰੰਤੂ ਹੁੰਦਾ ਹੈ। ਰਾਜਨੀਤਿਕ ਤੌਰ ਤੇ ਸਾਡੇ ਦਰਮਿਆਨ ਵੀ ਇਲੈਕਸ਼ਨਾਂ ਦੇ ਤਹਿਤ ਕਿੰਤੂ ਪਰੰਤੂ ਕੀਤਾ ਜਾਂਦਾ, ਲੇਕਿਨ ਜਿਹੜਾ ਕੰਮ ਬੋਲਦਾ ਹੁੰਦਾ, ਕੰਮ ਦੇ ਆਧਾਰ ਤੇ ਲੋਕ ਵੋਟਾਂ ਪਾਣੇ, ਲੋਕਾਂ ਦੀ ਸਿਆਣਪ ਬੜੀ ਆ ਗਈ ਹੈਗੀ ਔਰ ਮੇਰਾ ਖਿਆਲ ਲੋਕ ਇਸ ਟਾਈਮ ਆਪਣੀ ਬੜੀ ਸੋਚ ਸਮਝ ਦੇ ਤਹਿਤ ਵੋਟਾਂ ਦੇ ਵਰਤੋਂ ਕਰਨਗੇ। ਜਿਨ੍ਹਾਂ ਨੇ ਆ ਕੇ ਝੂਠੇ ਸੱਚੇ ਵਾਅਦੇ ਕਰਕੇ ਸਿਹਤ ਦੇ ਤਹਿਤ, ਵਿਦਿਆ ਦੇ ਤਹਿਤ ਕਈ ਦਾਅਵੇ ਪੇਸ਼ ਕੀਤੇ। ਸਭ ਤੋਂ ਵੱਧ ਜੇ ਕੋਵਿਡ ਦਾ ਨੁਕਸਾਨ ਹੋਇਆ ਦਿੱਲੀ 'ਚ ਹੋਇਆ। ਵਿਦਿਆ ਤਹਿਤ ਪੰਜਾਬ ਪਹਿਲੇ ਸਥਾਨ ਤੇ, ਦਿੱਲੀ ਵਿਦਿਆ 'ਚ ਛਠੇ ਸਥਾਨ ਤੇ ਹੈਗਾ। ਇਹ ਉਹੀ ਕੇਜਰੀਵਾਲ ਸਾਹਿਬ ਹੈ ਜਿਨ੍ਹਾਂ ਨੇ 3 ਕਾਲੇ ਕਾਨੂੰਨ ਅੱਜ ਤੱਕ ਨਹੀਂ ਰੱਦ ਕੀਤੇ ਸੀਗੇ, ਉਹਨਾਂ ਦਾ ਬਿੱਲ ਪਾਸ ਕੀਤਾ, ਅੱਜ ਤੱਕ ਡੀ ਨੋਟੀਫਾਈ ਨਹੀਂ ਕੀਤਾ। ਪੰਜਾਬ ਦੇ ਕਿਸਾਨ ਨੂੰ ਦੋਸ਼ੀ ਠਹਿਰਾਉਂਦੇ ਸੀਗੇ ਕਿ ਪਰਾਲੀ ਅੱਗ ਲਗਾਉਂਦਾ ਹੈਗਾ ਕਿਸਾਨ, ਪੰਜਾਬ ਦਾ ਕਿਸਾਨ, ਉਹਦੀ ਹਵਾ ਦਿੱਲੀ ਦਾ ਨੁਕਸਾਨ ਹੁੰਦਾ ਹੈਗਾ। ਔਰ ਅੱਜ ਸੁਪਰੀਮ ਕੋਰਟ ਨੇ ਤਕਰੀਰ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਕਿ 4 ਤੋਂ ਲੈ ਕੇ 10% ਦੀ ਜਿਹੜੀ ਹਵਾ ਦਾ ਨੁਕਸਾਨ ਹੋਇਆ ਯੂਪੀ, ਪੰਜਾਬ ਤੇ ਹਰਿਆਣਾ ਜਿਹੜੀ ਪਰਾਲੀ ਨੂੰ ਅੱਗ ਲਾਉਂਦੇ ਉਸ ਦਾ ਨੁਕਸਾਨ ਹੈ। ਬਾਕੀ ਦਿੱਲੀ ਤੇ ਕੇਂਦਰ ਦੀ ਸਰਕਾਰ ਨਾਕਾਮਯਾਬ ਹੋਈ ਹੈ, ਜਿਹਦੇ ਕਰਕੇ ਦਿੱਲੀ ਦੇ ਨਾਗਰਿਕ ਨੂੰ ਉਹਨਾਂ ਦੇ ਫੇਫੜਿਆਂ ਤੇ ਉਹਦਾ ਅਸਰ ਪੈ ਰਿਹਾ ਔਰ ਜਿਹੜੀ ਹਵਾ ਹੈ, ਸਾਫ਼ ਸੁਥਰਾ ਵਾਤਾਵਰਣ ਨਾਗਰਿਕ ਨੂੰ ਨਹੀਂ ਦੇ ਪਾ ਰਹੀ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨੀਤ ਕਪੂਰ ਔਰ ਇਸ ਵੇਲੇ ਦੈਨਿਕ ਸਵੇਰਾ ਟੀਵੀ ਆਪਣਾ ਵਿਸ਼ੇਸ਼ ਪ੍ਰੋਗਰਾਮ ਆਗੇ ਨੇਤਾ ਜੀ ਲੈ ਕੇ ਅਮਲੋਹ ਹਲਕੇ ਦੇ ਵਿੱਚ ਪਹੁੰਚਿਆ ਹੋਇਆ। ਅਮਲੋਹ ਹਲਕਾ ਕਾਫੀ ਖਾਸ ਹਲਕਾ ਕਿਉਂਕਿ ਇੱਥੇ ਸਿੱਧੇ ਤੌਰ ਤੇ ਜੇ ਮੁਕਾਬਲੇ ਦੀ ਗੱਲ ਕਰੀਏ, ਇੰਟਰਸਟਿੰਗ ਮੁਕਾਬਲਾ ਵੀ ਵੇਖਣ ਨੂੰ ਮਿਲ ਸਕਦਾ ਹੈ। ਲੇਕਿਨ ਅਗਰ ਆਪਾਂ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਕਰੀਏ ਤੇ ਕਾਂਗਰਸ ਦੇ ਉਹ ਕੈਂਡੀਡੇਟ ਨੇ ਜਿਨ੍ਹਾਂ ਨੂੰ 3 ਮਹੀਨੇ ਦਾ ਸਮਾਂ ਮਿਲਿਆ ਕੈਬਨਿਟ ਵਜ਼ੀਰੀ ਦਾ। ਉਹਨਾਂ ਨੇ 3 ਮਹੀਨੇ ਦੇ ਵਿੱਚ ਕਈ ਕੰਮ ਕੀਤੇ ਨੇ, ਹਾਲਾਂਕਿ ਆਪਣੇ ਉਨੀ ਕੰਮਾਂ ਨੂੰ ਲੈ ਕੇ ਚੋਣ ਮੈਦਾਨ ਦੇ ਵਿੱਚ ਵੀ ਨੇ। ਕਾਕਾ ਰਣਦੀਪ ਸਿੰਘ ਨਾਭਾ ਸਾਡੇ ਨਾਲ ਨੇ, ਗੱਲਬਾਤ ਕਰਾਂਗੇ ਅੱਜ ਇਹਨਾਂ ਦੇ ਨਾਲ। ਲੇਕਿਨ ਜਿਸ ਢੰਗ ਦਾ ਇਹਨਾਂ ਦਾ ਇਤਿਹਾਸ ਰਿਹਾ ਹੈ ਜਾਂ ਇਹਨਾਂ ਦੀ ਸਿਆਸਤ ਰਹੀ ਹੈ ਉਸ ਦੀ ਜੇਕਰ ਗੱਲ ਕਰੀਏ ਤੇ ਪਹਿਲਾਂ ਨਾਭਾ ਹੁਣ ਅਮਲੋਹ, 2 ਹਲਕਿਆਂ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਰਾਜਨੀਤਿਕ ਜਿਹੜਾ ਕਰੀਅਰ ਹੈ ਉਸ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ। ਕਈ ਲੋਕ ਵੀ ਇਹਨਾਂ ਦੇ ਨਾਲ ਮੌਜੂਦ ਨੇ। ਸਰਕਾਰ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਔਰ ਇਸ ਸੀਟ ਤੋਂ ਤੁਹਾਨੂੰ ਚੋਣ ਮੈਦਾਨ ਦੇ ਵਿੱਚ ਲਾਇਆ। 111 ਦਿਨ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਦੇ ਵਿੱਚ ਵਿਚਰਦੇ ਨਜ਼ਰ ਆ ਰਹੇ ਹੋ। ਕਿਦਾਂ ਦੇਖਦੇ ਹੋ ਇਸ ਵਾਰ ਦੀ ਚੁਣੌਤੀ? ਕਿਉਂਕਿ ਕਿਹਾ ਜਾਂਦਾ ਹੈ 2 ਵਾਰ ਜਿਹੜਾ ਜਿੱਤ ਜੇ ਨਾ, ਐਂਟੀ ਇਨਕੰਵੈਂਸੀ ਉਸ ਲਈ ਜ਼ਿਆਦਾ ਹੁੰਦੀ ਹੈ। ਵਿਰੋਧੀਆਂ ਕੋਲ ਮੌਕੇ ਬਹੁਤ ਹੁੰਦੇ ਨੇ। ਆ ਨਹੀਂ ਹੋਇਆ, ਕਿਉਂ ਨਹੀਂ ਹੋਇਆ, ਤੁਸੀਂ ਆਪ ਦੱਸ ਦਿਓ। ਮਨੀਤ ਜੀ, ਪਹਿਲਾਂ ਤਾਂ ਤੁਹਾਡਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਦੈਨਿਕ ਸਵੇਰੇ ਤਹਿਤ ਤੁਸੀਂ ਸਾਡੇ ਅਮਲੋਹ ਹਲਕਾ ਪਹੁੰਚੇ ਹੋ। ਅਮਲੋਹ ਹਲਕਾ ਵਾਸੀਆਂ ਵੱਲੋਂ ਤੁਹਾਡਾ ਸਵਾਗਤ ਹੈ। ਦੂਜੀ ਗੱਲ, ਜਿੱਥੇ ਤੱਕ ਸਵਾਲ ਹੈ, ਮੇਰਾ ਖਿਆਲ ਜਿਹੜੀ ਮੇਰੀ ਕਾਰਗੁਜ਼ਾਰੀ ਰਹੀ ਹੈ ਉਹਦੇ ਆਧਾਰ ਤੇ ਮੈਂ ਵੋਟਾਂ ਮੰਗ ਰਿਹਾ ਔਰ ਠੀਕ ਹੈ, ਜ਼ਿੰਦਗੀ ਦੇ ਸਫ਼ਰ 'ਚ ਆਪਣੇ ਵੀ ਚਾਹੇ ਸਧਾਰਨ ਸਫ਼ਰ ਹੋਏ ਚਾਹੇ ਰਾਜਨੀਤਿਕ ਤੌਰ ਤੇ ਹੋਏ, ਚੁਣੌਤੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਔਰ ਚੁਣੌਤੀਆਂ ਤੋਂ ਰਣਦੀਪ ਸਿੰਘ ਨਾਭਾ ਕਦੇ ਪਿੱਛੇ ਹਟਿਆ ਨਹੀਂ ਹੈ। ਔਰ ਜੇ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ, ਕਿਉਂਕਿ ਪਰਮਾਤਮਾ ਦਾ ਰੂਪ ਲੋਕਾਂ 'ਚ ਬਸਦਾ ਹੈ, ਜੇ ਲੋਕਾਂ ਨੂੰ ਵਿਸ਼ਵਾਸ ਹੈ ਤਾਂ ਉਹ ਜ਼ਰੂਰ ਰਣਦੀਪ ਸਿੰਘ ਨਾਭਾ ਨੂੰ ਜ਼ਰੂਰ ਦੁਬਾਰਾ ਨੁਮਾਇੰਦਗੀ ਦੇਣਗੇ ਔਰ ਸਰਕਾਰ ਤੋਂ ਉਮੀਦ ਫਿਰ ਕਰਨਗੇ। ਇਸ 'ਚ ਕੋਈ ਦੋ ਰਾਏ ਨਹੀਂ, ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਹੈ ਔਰ ਗਾਹਾਂ ਨੂੰ ਅਸੀਂ ਚੰਗੇ ਹੋਰ ਵੀ ਕਾਰਜ ਕਰਕੇ ਦਾਵਾ ਕਰ ਰਹੇ ਹੋ, ਹੁਣੇ ਤੋਂ ਦਾਵਾ ਕਰ ਰਹੇ ਹੋ ਕਿ ਕਾਂਗਰਸ ਦੀ ਸਰਕਾਰ ਬਣਨੀ ਹੈ? ਮੈਨੂੰ ਪੂਰਨ ਵਿਸ਼ਵਾਸ ਹੈ ਕਿ ਲੋਕ ਜ਼ਰੂਰ ਚਾਹੇ ਦਬੇ ਬੈਠੇ ਹਨਗੇ, ਕੇਜਰੀਵਾਲ ਸਾਹਿਬ ਆ ਕੇ ਜੋ ਮਰਜ਼ੀ ਇੱਥੇ ਕਹਿ ਜਾਣ, ਉਹਨਾਂ ਦਾ ਵੀ ਜਿਹੜਾ ਉਹਨਾਂ ਦੇ ਅਕਸ ਤੇ ਵੀ ਕਿੰਤੂ ਪਰੰਤੂ ਹੁੰਦਾ ਹੈ। ਰਾਜਨੀਤਿਕ ਤੌਰ ਤੇ ਸਾਡੇ ਦਰਮਿਆਨ ਵੀ ਇਲੈਕਸ਼ਨਾਂ ਦੇ ਤਹਿਤ ਕਿੰਤੂ ਪਰੰਤੂ ਕੀਤਾ ਜਾਂਦਾ, ਲੇਕਿਨ ਜਿਹੜਾ ਕੰਮ ਬੋਲਦਾ ਹੁੰਦਾ, ਕੰਮ ਦੇ ਆਧਾਰ ਤੇ ਲੋਕ ਵੋਟਾਂ ਪਾਣੇ, ਲੋਕਾਂ ਦੀ ਸਿਆਣਪ ਬੜੀ ਆ ਗਈ ਹੈਗੀ ਔਰ ਮੇਰਾ ਖਿਆਲ ਲੋਕ ਇਸ ਟਾਈਮ ਆਪਣੀ ਬੜੀ ਸੋਚ ਸਮਝ ਦੇ ਤਹਿਤ ਵੋਟਾਂ ਦੇ ਵਰਤੋਂ ਕਰਨਗੇ। ਯਾਨੀ ਸਿੱਧੇ ਤੌਰ ਤੇ ਕਹੀਏ ਕਿ ਤੁਹਾਡਾ ਰਿਪੋਰਟ ਕਾਰਡ ਤੁਹਾਨੂੰ ਇਸ ਗੱਲ ਦੀ ਹਾਮੀ ਭਰ ਕੇ ਦੇ ਰਿਹਾ ਕਿ ਤੁਸੀਂ ਇਸ ਸੀਟ ਤੋਂ ਜਿੱਤ ਹਾਸਲ ਕਰੋਗੇ। ਦੇਖੋ, ਜੇ 2012 'ਚ ਜਿੱਥੇ ਮੈਨੂੰ ਲਾਂਘਾ ਰਸਤਾ ਨਹੀਂ ਪਤਾ ਸੀ, ਬੜਾ ਮਾਨ ਸਤਿਕਾਰ ਦੇ ਕੇ ਅਮਲੋਹ ਹਲਕਾ ਵਾਸੀਆਂ ਨੇ, ਗੋਬਿੰਦਗੜ੍ਹ ਵਾਸੀਆਂ ਨੇ ਸਿਰ ਤੇ ਤਾਜ ਬਖਸ਼ਿਸ਼ ਕੀਤੀ ਸੀ, ਤਾਂ ਮੇਰੀ ਮਨਸ਼ਾ ਸੀ ਕਿ ਕਦੇ ਸਰਕਾਰ ਬਣੇ ਔਰ ਸਰਕਾਰ ਐਕਤੀ 2017 'ਚ ਬਣ ਗਈ। ਮੈਨੂੰ ਫਿਰ ਇਹਨਾਂ ਨੇ ਨੁਮਾਇੰਦਗੀ ਦਿੱਤੀ ਔਰ ਉਸ ਉਮੀਦ ਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਪੂਰਾ ਉਤਰ ਸਕਾਂ ਔਰ ਕੰਮ ਕਾਫੀ ਤੇਜ਼ੀ ਦੀ ਰਫ਼ਤਾਰ ਨਾਲ ਤਕਰੀਬਨ ਲਗਭਗ 200 ਕਰੋੜ ਦੀ ਲਾਗਤ ਦੇ ਤਹਿਤ ਇਹ 3-3.5 ਮਹੀਨਿਆਂ ਦਰਮਿਆਨ ਕਰਾਉਣ ਦਾ ਉਪਰਾਲਾ ਕੀਤਾ ਹੈਗਾ ਔਰ ਮੈਨੂੰ ਇਸ 'ਤੇ ਪੂਰਨ ਵਿਸ਼ਵਾਸ ਹੈ ਜੇ ਕੰਮ ਅੱਛਾ ਹੋਏਗਾ ਤਾਂ ਲੋਕ ਜ਼ਰੂਰ ਉਸ 'ਤੇ ਤਹਿਤ ਸਹਿਮਤੀ ਦੇਣਗੇ। ਯਾਨੀ 200 ਕਰੋੜ ਦਾ ਕੰਮ ਕੀਤਾ ਇਸ ਹਲਕੇ ਲਈ? ਜੀ, ਲਗਭਗ ਤਕਰੀਬਨ 200 ਕਰੋੜ ਦੀ ਲਾਗਤ ਦੇ ਤਹਿਤ ਨਿਰਮਾਣ ਕੀਤਾ ਮੈਂ ਇਸ 5 ਸਾਲਾਂ ਦੇ ਤਹਿਤ ਔਰ ਜਿਹੜੇ ਕਰਜ਼ੇ ਕੁਰਜ਼ੇ ਮਾਫ ਕੀਤੇ ਹੋਣਗੇ ਵੱਖਰੇ ਹੋਣਗੇ, ਜਿਹੜੀ ਪੈਨਸ਼ਨਾਂ ਦਿੱਤੀਆਂ ਵੱਖਰੀਆਂ, ਜਿਹੜੀ ਸ਼ਗਨ ਸਕੀਮ ਹੈ ਵੱਖਰੀ ਹੈ। ਸਾਡੀ ਕੋਸ਼ਿਸ਼ ਇਹੀ ਰਹੀ ਹੈ, ਮੇਰੀ ਫਾਊਂਡੇਸ਼ਨ ਨੇ ਵੀ ਲੋਕਾਂ ਤਹਿਤ ਜਦ ਕੋਵਿਡ ਦਾ ਸਿਲਸਿਲਾ ਸਾਡੇ
ਦੇਸ਼ 'ਚ ਸ਼ੁਰੂ ਹੋਇਆ ਸੀ ਉਦੋਂ ਸਾਡੀ ਫਾਊਂਡੇਸ਼ਨ ਨੇ ਲੋਕਾਂ ਦੇ ਘਰਾਂ ਤੱਕ ਰਾਹਤ ਪਹੁੰਚਾਈ ਔਰ ਇਸ ਫਾਊਂਡੇਸ਼ਨ ਨੇ ਬਕਾਇਦਾ ਭਾਂਡੇ ਵੀ ਗਰੀਬਾਂ ਨੂੰ ਦਿੱਤੇ। ਅਸੀਂ ਸਾਈਕਲ 'ਚ ਵੀ ਕੁਝ ਕਾਫੀ ਯੋਗਦਾਨ ਪਾਇਆ, ਜਿਹੜੇ ਬੱਚਿਆਂ ਦੀ ਪੜ੍ਹਾਈ ਲਿਖਾਈ ਲਈ 10ਵੀਂ ਤੋਂ ਲੈ ਕੇ 12ਵੀਂ ਤੱਕ ਉਹਨਾਂ 'ਚ ਵੀ ਤਿਲਫੁਲ ਯੋਗਦਾਨ ਅਸੀਂ ਪਾ ਸਕੇ। ਕੁਝ ਪੰਜਾਬ ਨਿਰਮਾਣ ਦਾ ਪੈਸਾ ਪਿਆ, ਕੁਝ ਸਾਡੀ ਫਾਊਂਡੇਸ਼ਨ ਨੇ ਹਿੱਸਾ ਪਾਇਆ ਤਾਂ ਕਿ ਲੋਕਾਂ ਤੱਕ ਅਸੀਂ ਰਾਹਤ ਪਹੁੰਚਾ ਸਕੀਏ ਔਰ ਲੋਕਾਂ ਦਾ ਵਿਸ਼ਵਾਸ ਜਿਤਾ ਸਕੀਏ। ਕਾਕਾ ਜੀ, ਆਪਾਂ ਨਾ ਕਈ ਵਿਧਾਨ ਸਭਾ ਹਲਕਿਆਂ ਦੇ ਵਿੱਚ ਗਏ ਆ, ਖਾਸ ਕਰਕੇ ਕਾਂਗਰਸ ਦੇ ਕੈਂਡੀਡੇਟਾਂ ਦੀ ਗੱਲ ਕਰੀਏ, ਉਹ ਵਿਕਾਸ ਮਾਡਲ ਪੇਸ਼ ਕਰ ਰਹੇ ਨੇ ਕਿ 111 ਦਿਨਾਂ ਦੇ ਵਿੱਚ ਸਾਰੇ ਅਧੂਰੇ ਕੰਮ ਜਿਹੜੇ ਨੇ ਉਹ ਪੂਰੇ ਕਰ ਦਿੱਤੇ ਆ। ਲੇਕਿਨ ਵਿਰੋਧੀਆਂ ਦੇ ਜੇ ਪ੍ਰਚਾਰ ਦੀ ਗੱਲ ਕਰੀਏ, ਉਹ ਇਸ ਪੂਰੀ ਸਰਕਾਰ ਨੂੰ ਸਕੈਮਾਂ ਭਰੀ ਸਰਕਾਰ ਕਹਿ ਰਹੇ ਨੇ। ਉਹ ਕਹਿ ਰਹੇ ਨੇ ਸਕੈਮ ਤੇ ਸਕੈਮ ਹੋਏ ਨੇ। ਉਹ ਤੇ ਇਹ ਵੀ ਕਹਿ ਰਹੇ ਨੇ ਕਿ 111 ਦਿਨਾਂ ਦਾ ਜਿਹੜਾ ਰਿਪੋਰਟ ਕਾਰਡ ਹੈ ਉਹ ਅਖੀਰਲੇ ਦਿਨਾਂ ਦੇ ਵਿੱਚ ਈਡੀ ਨੇ ਲੋਕਾਂ ਦੇ ਸਾਹਮਣੇ ਰੱਖਤਾ। ਤੇ ਇਹੋ ਜਿਹੇ ਪ੍ਰਚਾਰ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਚੁਣੌਤੀ ਹੋਰ ਜ਼ਿਆਦਾ ਟਫ ਹੋ ਗਈ ਹੈ? ਦੇਖੋ, ਜ਼ਿੰਦਗੀ ਦੇ ਸਫ਼ਰ 'ਚ ਨਾ ਇਨਸਾਨ ਦੀ ਜ਼ਿੰਦਗੀ ਤੋਂ ਉਤਰਾਅ ਚੜਾਅ ਆਉਂਦੇ ਰਹਿੰਦੇ ਆ। ਪਹਿਲਾਂ ਵੀ ਮੈਂ ਤੁਹਾਨੂੰ ਜ਼ਿਕਰ ਕੀਤਾ ਹੈ ਔਰ ਬਦਨਸੀਬੀ ਹੈ ਸਾਡੇ ਦੇਸ਼ ਦੀ, ਕਿਉਂਕਿ ਕੱਲ੍ਹ ਅਸੀਂ ਉਹ ਦਿਹਾੜਾ ਮਨਾਉਣ ਚੱਲੇ ਹਾਂ ਜਿੱਥੇ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਲਿਖਿਆ ਸੀਗਾ। ਔਰ ਸਾਡੇ ਦੇਸ਼ ਦੀ ਬਦਨਸੀਬੀ ਉਹਨਾਂ ਦੀ ਜਿਹੜੀ ਕੁਰਬਾਨੀਆਂ ਸਨ, ਸਾਡੇ ਜਿਨ੍ਹਾਂ ਨੇ ਸ਼ਹਾਦਤ ਦੇ ਕੇ ਇੱਕ ਜਮਹੂਰੀਅਤ ਪੈਦਾ ਕੀਤੀ ਸੀ, ਜਿਹਦਾ ਦਿਹਾੜਾ ਅਸੀਂ ਕੱਲ੍ਹ ਨੂੰ ਮਨਾਉਣ ਜਾ ਰਹੇ ਹਾਂ, ਉਹ ਜਮਹੂਰੀਅਤ ਨੂੰ ਜਿਹੜੇ ਨੁਮਾਇੰਦਗੀਆਂ ਕਰ ਰਹੇ ਹਨਗੇ, ਅੱਜ ਜਮਹੂਰੀਅਤ ਦੀ ਵਰਤੋਂ ਕਰਕੇ ਜਮਹੂਰੀਅਤ ਤੋਂ ਖਾਤਮਾ ਕਰਨ ਤੁਲੇ ਹੋਏ, ਦਬਾਅ ਪਾਉਣਾ, ਨੁਕਸਾਨ ਕਰਨਾ, ਇਹ ਸਾਡੇ ਸੰਸਕ੍ਰਿਤੀ ਦੇ ਖਿਲਾਫ ਹੈ। ਔਰ ਲੋਕਾਂ ਦੀ ਭਾਵਨਾ ਜੁੜੀਆਂ ਹੁੰਦੀਆਂ ਹਨ ਕਿ ਜਿਹਦੇ ਨਾਲ ਵਿਤਕਰਾ ਹੁੰਦਾ ਹੈ, ਬੇਇਨਸਾਫੀ ਹੁੰਦੀ ਹੈ, ਲੋਕ ਉਹਦੇ ਨਾਲ ਹਮਦਰਦੀ ਖੱਟਦੇ। ਮੇਰਾ ਖਿਆਲ ਇਸ ਤੋਂ ਉਚਾਰਿਕ ਤੌਰ ਤੇ ਵੱਡਾ ਉਦਾਹਰਨ ਹੈ ਨਹੀਂ। ਮਾਨਨੀय ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੜਾ ਮਾਨ ਸਤਿਕਾਰ ਦਿੱਤਾ ਸੀ ਜਦ ਪਹਿਲੀ ਵਾਰ ਉਹਨਾਂ ਨੇ ਕਿਹਾ ਮੈਂ ਚਾਹ ਵਾਲਾ ਸੀਗਾ, ਚਾਹ ਵਾਲੇ ਤਹਿਤ ਉਹਨਾਂ ਨੇ ਹਮਦਰਦੀ ਖੱਟ ਕੇ ਦੇਸ਼ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕੀਤੀ। ਦੂਜੀ ਵਾਰ ਉਹ ਚੌਕੀਦਾਰ ਬਣ ਗਏ। ਸੋ ਇਹ ਸਾਡੀ ਸੰਸਕ੍ਰਿਤੀ ਹੈ ਕਿ ਜਿੱਥੇ ਸਾਡਾ ਐਕਸੀਡੈਂਟ ਵੀ ਹੋ ਜੇ, ਸਾਡਾ ਸਕੂਟਰ ਜਾ ਕੇ ਟਰਾਲੀ 'ਚ ਵੱਜੇ, ਅਸੀਂ ਭੱਜ ਕੇ ਜਾ ਕੇ ਸਕੂਟਰ ਵਾਲੇ ਨਾਲ ਖੜਦੇ ਹਾਂ ਕਿ ਭਾਈ 60 ਫੇਟ ਤਾਂ ਨਹੀਂ ਬਈ, ਤੈਨੂੰ ਮਾਮਜਾ ਦਿਲਾ ਸਕਦੇ। ਸੋ ਜਿੱਥੇ ਬੇਇਨਸਾਫੀ ਕਿਸੇ ਨਾਲ ਹੋਏਗੀ ਉਸ ਦਾ ਫਾਇਦਾ ਨੁਕਸਾਨ ਤੁਹਾਨੂੰ ਚੋਣਾਂ 'ਚ ਪਤਾ ਇੱਥੇ ਕਿਸ ਨਾਲ ਬੇਇਨਸਾਫੀ ਹੋਈ ਹੈ? ਮੈਂ ਸਮਝਦਾ ਤੁਸੀਂ ਇਹਦਾ ਜ਼ਿਕਰ ਕੀਤਾ, ਤੁਸੀਂ ਆਪ ਹੀ ਜ਼ਿਕਰ ਕਰ ਤੁਸੀਂ ਕਹਿੰਦੇ ਹੋ ਕਿ ਈਡੀ ਦੀ ਜਿਹੜੀ ਰੇਡ ਹੈ ਬੇਇਨਸਾਫੀ ਹੈ। ਦੇਖੋ, ਜਿੱਥੇ ਤੱਕ ਸਵਾਲ ਹੈ ਇਹਦਾ ਇਨਸਾਫ ਜਾਂ ਬੇਇਨਸਾਫ, ਇਸ ਦਾ ਨਿਰਣਾ ਫੈਸਲਾ ਉਹਦੀ ਪੂਰੀ ਜਿਹੜੀ ਜਾਂਚ ਹੈ ਉਸ ਤੋਂ ਬਾਅਦ ਹੋਏਗਾ। ਜਿੱਥੇ ਤੱਕ ਮੇਰਾ ਸਵਾਲ ਹੈਗਾ, ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ 111 ਦਿਨ 'ਚ ਸਕੈਮਾਂ ਦੀ ਸਰਕਾਰ ਕਹਿ ਰਹੇ, ਇਹ ਉਹੀ ਸਰਕਾਰ ਹੈ ਜਿਹੜੀ 63,000 ਕਰੋੜ ਦਾ ਕਰਜ਼ਾ ਜਾਂ 63,000 ਕਰੋੜ ਦਾ ਬੋਝ ਚੁੱਕਿਆ ਹੈਗਾ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ। ਬਿਜਲੀ ਦੇ ਗਰੀਬਾਂ ਦੇ ਬਿੱਲ ਮਾਫ ਕੀਤੇ, ਪਾਣੀ ਦੇ ਉਹਨਾਂ ਦੇ ਲੋਕ ਭਰ ਨਹੀਂ ਸਕੇ ਸੀਗੇ ਬਿੱਲ ਪਿੰਡਾਂ ਦੇ ਤਹਿਤ ਦਿਹਾਤ ਏਰੀਏ 'ਚ, ਕਿਉਂਕਿ ਦਿਹਾੜੀਆਂ ਨਹੀਂ ਉਹਨਾਂ ਨੂੰ ਖੱਟੀਆਂ ਗਈਆਂ, ਘਰਾਂ ਤੱਕ ਸੀਮਿਤ ਰਹਿ ਗਏ, ਪਾਬੰਦ ਰਹੇ, ਔਰ ਉਹਨਾਂ ਨੂੰ ਰਾਹਤ ਦੇਣ ਲਈ ਉਪਰਾਲੇ ਕੀਤੇ ਗਏ। ਬਿਜਲੀ 'ਚ ਕਟੌਤੀ ਕੀਤੀ, ਤੇਲ ਦੀ ਕੀਮਤਾਂ 'ਚ ਕਟੌਤੀ ਕੀਤੀ ਹੈ, ਪਹਿਲੇ ਸੂਬੇ ਦੀ ਸਰਕਾਰ ਹੈ। ਹਰ ਤਰ੍ਹਾਂ ਦੀ ਰਾਹਤ, ਗਊਸ਼ਾਲਾ ਦੇ ਟੈਕਸ ਮਾਫ ਕੀਤੇ, ਬਿੱਲ ਮਾਫ ਕੀਤੇ ਬਿਜਲੀਆਂ ਦੇ। ਸੋ ਇਸ ਤਰ੍ਹਾਂ ਤੱਕ ਲੋਕਾਂ ਤੱਕ ਰਾਹਤ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ। ਔਰ ਇਹ ਜਿਹੜੀ ਤਬਦੀਲੀ ਆਈ ਸੀ, ਕਿਉਂਕਿ ਕੁਝ ਕਮੀਆਂ ਪੇਸ਼ੀਆਂ ਸੀ, ਸ਼੍ਰੀਮਤੀ ਸੋਨੀਆ ਗਾਂਧੀ ਨੇ ਸੋਚ ਕੇ ਇਹ ਕਮੀਆਂ ਪੇਸ਼ੀਆਂ ਨੂੰ ਮੁੱਖੀ ਦੇਖਦੇ ਹੋਏ ਸ਼ਾਇਦ ਤਬਦੀਲੀਆਂ ਕੀਤੀਆਂ ਸਨ। ਨਵਜੋਤ ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ ਔਰ ਚੰਨੀ ਸਾਹਿਬ ਨੂੰ ਬਕਾਇਦਾ ਸਾਡੇ ਮੁੱਖ ਮੰਤਰੀ ਬਣਾਇਆ, ਮੈਨੂੰ ਸ਼ਾਇਦ ਇੱਕ ਖੇਤੀਬਾੜੀ ਮਹਿਕਮੇ ਦਾ ਨੁਮਾਇੰਦਗੀ ਦਿੱਤੀ। ਤਾਂ ਸਾਡੀ ਕੋਸ਼ਿਸ਼ ਇਹੀ ਰਹੀ ਹੈ ਸਰਕਾਰ ਦੀ ਕਿ ਜਿਹੜੀ ਕਮਜ਼ੋਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਸੀ, ਅਸੀਂ ਉਹ ਵੱਧ ਚੜ੍ਹ ਕੇ ਲੋਕਾਂ ਦਾ ਵਿਸ਼ਵਾਸ ਹਾਸਲ ਕਰਨ ਲਈ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ, ਜਿਹੜਾ ਅਸੀਂ ਇਹ ਬੋਝ ਝੱਲਿਆ ਹੈਗਾ 63,000 ਕਰੋੜ ਦਾ, ਪੰਜਾਬ ਦਾ ਵਜ਼ਨ ਚੁੱਕਿਆ ਹੈਗਾ। ਲੇਕਿਨ ਪਹਿਲਾਂ ਹੀ ਬੋਝ ਬਹੁਤ ਹੈ ਪੰਜਾਬ ਦੇ ਉੱਪਰ, ਕਰਜ਼ਿਆਂ ਦਾ ਬੋਝ ਬਹੁਤ ਸਾਰਾ, ਆ ਇੱਕ ਹੋਰ ਬੋਝ ਤੁਹਾਨੂੰ ਲੱਗਦਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਹੋਰ ਜ਼ਿਆਦਾ ਖਸਤਾ ਹੁੰਦੀ ਨਜ਼ਰ ਆਊਗੀ? ਦੇਖੋ, ਪਹਿਲਾਂ ਸਾਰੇ ਕਹਿੰਦੇ ਸੀ ਕਿ ਪਿਛਲੀ ਸਰਕਾਰ ਨੇ ਸੰਗਤ ਦਰਸ਼ਨ ਚ ਰੂਪ ਪੈਸੇ ਵੰਡਤੇ ਸੀ, ਅਸੀਂ ਵੀ ਉਹ ਸੁਖਾਲਾ ਰਸਤਾ ਅਪਣਾ ਸਕਦੇ ਸੀ, ਪਰ ਅਸੀਂ ਲੋਕਾਂ ਦੇ ਵਿਸ਼ਵਾਸ ਹਾਸਲ ਕਰਨ ਲਈ ਇਹ ਬੋਝ ਚੱਕਿਆ ਹੈਗਾ ਔਰ ਇਹਦੇ ਸਾਧਨ ਵੀ ਗਾਹਾਂ ਨੂੰ ਪੈਦਾ ਕਰਾਂਗੇ ਤਾਂ ਕਿ ਗਾਹਾਂ ਨੂੰ ਤਬਦੀਲੀ ਆਏ। ਜਿਵੇਂ ਮੇਰਾ ਮਹਿਕਮਾ ਸੀਗਾ ਖੇਤੀਬਾੜੀ ਮਹਿਕਮੇ 'ਚ ਪਿਛਲੇ 30 ਵਰਿਆਂ 'ਚ ਹਲੇ ਤੱਕ ਕੋਈ ਵਿਜ਼ਨ ਡਾਕੂਮੈਂਟ ਨਹੀਂ ਬਣਾਇਆ ਸੀ। ਆ ਵਿਜ਼ਨ ਡਾਕੂਮੈਂਟ ਤੁਹਾਡੇ ਪ੍ਰੈਸ ਦੇ ਜ਼ਰੀਏ ਰਿਲੀਜ਼ ਵੀ ਹੋਇਆ ਹੈਗਾ ਔਰ ਅਸੀਂ 6 ਜ਼ੋਨਾਂ 'ਚ ਪੰਜਾਬ ਨੂੰ ਵੰਡਿਆ ਹੈਗਾ ਜਿੱਥੇ ਐਗਰੋ ਪ੍ਰੋਸੈਸਿੰਗ ਯੂਨਿਟ ਲਗਾਏ ਜਾ ਸਕਣ। ਜਿਵੇਂ ਸਾਡਾ ਏਰੀਆ ਹੈਗਾ ਨਾਭੇ ਤੱਕ, ਅਸੀਂ ਚਾਹੁੰਦੇ ਹਾਂ ਕਿ ਆਲੂਆਂ ਦਾ ਇੱਕ ਪ੍ਰੋਸੈਸਿੰਗ ਪਲਾਂਟ ਲਗਾਏ ਤੇ ਬੜਾ ਸੀਮਤ ਸੀ। ਜੇ ਇਹੀ ਵਿਜ਼ਨ ਡਾਕੂਮੈਂਟ ਤਕਰੀਬਨ ਗਾਹਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਵੀ ਖੁਸ਼ਹਾਲ ਹੋਣਾ ਸ਼ੁਰੂ ਹੋ ਜਾਊਗਾ। ਇਹ ਸਹੂਲਤਾਂ ਦੇਣ ਦਾ ਸਰਕਾਰਾਂ ਦਾ ਫਰਜ਼ ਹੈ ਔਰ ਉਸ ਤਰੀਕੇ ਨਾਲ ਹੀ ਆਰਥਿਕ ਤੌਰ ਤੇ ਜਿਹੜਾ ਬੋਝ ਤੁਸੀਂ ਜਿਹਦੇ ਬਾਰੇ ਜ਼ਿਕਰ ਕਰ ਰਹੇ ਹੋ ਉਹ ਵੀ ਉਹਦੀ ਤਬਦੀਲੀ ਕੀਤੀ ਜਾ ਸਕਦੀ ਹੈ। ਗਾਹਾਂ ਨੂੰ ਰਾਹਤਾਂ ਜਿਹੜੀਆਂ ਹੈਗੀਆਂ ਵਾਪਸ ਲੈ ਕੇ ਕੁਝ ਤਬਦੀਲੀਆਂ ਕਰਕੇ ਅਸੀਂ ਐਕਸਾਈਜ਼ ਤੇ ਸੈਂਡ ਮਾਫੀਆ ਤੇ ਸ਼ਰਾਬ ਤੇ ਲਿਕਰ ਆਕਸ਼ਨਾਂ ਤੇ ਅਸੀਂ ਕੀਮਤਾਂ ਹੋਰ ਵਧਾ ਸਕਦੇ ਹਾਂ ਜਿਹਦੇ ਤਹਿਤ ਰੈਵਨਿਊ ਦਾ ਆਮਦਨ ਦਾ ਜ਼ਰੀਆ ਵੱਧ ਸਕਦਾ ਹੈ। ਯਾਨੀ ਇਸ ਚੀਜ਼ ਦਾ ਰੋਡ ਮੈਪ ਤਿਆਰ ਕਰ ਲਿੱਤਾ ਗਿਆ?
ਦੇਖੋ ਸਾਡੇ ਪ੍ਰਧਾਨ ਜੀ ਨੇ ਤੁਹਾਡੇ ਸਾਹਮਣੇ ਪੇਸ਼ ਵੀ ਕੀਤਾ ਹੈ ਕਿ ਸਾਡਾ ਕਿਹੜਾ ਪੰਜਾਬ ਦਾ ਰੋਡ ਮੈਪ ਹੈਗਾ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਭਰਦੇ ਹੋ ਕਿ ਅਗਰ ਉਹ ਪੰਜਾਬ ਮਾਡਲ ਲਾਗੂ ਹੁੰਦਾ ਹੈ ਤੇ ਉਸ ਦੇ ਨਾਲ ਰਾਹਤ ਮਿਲੂਗੀ ਲੋਕਾਂ ਨੂੰ, ਔਰ ਉਹੀ ਮਾਡਲ ਜਿਹੜਾ ਲਾਗੂ ਹੋਣਾ ਚਾਹੀਦਾ, ਉਹੀ ਮੈਨੀਫੈਸਟੋ ਹੋਣਾ ਚਾਹੀਦਾ। ਦੇਖੋ ਮੈਨੀਫੈਸਟੋ ਦਾ ਹੋਰ, ਕਿਉਂਕਿ ਸੁਪਰੀਮ ਕੋਰਟ ਨੇ ਸ਼ਾਇਦ ਅੱਜ ਤਕਰੀਰ ਕੀਤੀ ਹੈ ਕਿ ਸਵਾਏ ਵਿਦਿਆ ਤੇ ਸਿਹਤ ਉਹਨੂੰ ਮੁਖੀ ਰੱਖਦੇ ਹੋਏ ਹੋਰ ਕੋਈ ਮੈਨੀਫੈਸਟੋ ਚੀਜ਼ ਨਹੀਂ ਲਾਗੂ ਕਰਨੀ ਚਾਹੀਦੀ। ਸਰਕਾਰਾਂ ਲਈ ਉਹਨਾਂ ਨੇ ਪਾਬੰਦ ਕੀਤਾ ਹੈ ਔਰ ਮੇਰਾ ਖਿਆਲ ਜ਼ਿੰਦਗੀ ਤੋਂ ਵੱਡੀ ਕੋਈ ਸਹੂਲਤ ਨਹੀਂ ਹੁੰਦੀ। ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਔਰ ਗਾਹਾਂ ਨੂੰ ਵੀ ਕਰਦੀ ਰਹੂਗੀ। ਜਿਵੇਂ ਸਾਡੀ ਫਾਊਂਡੇਸ਼ਨ ਦੇ ਤਹਿਤ ਅਸੀਂ ਸੈਨੀਟਾਈਜ਼ ਸਾਰੇ ਪਿੰਡ ਕਰਵਾਏ, 3 ਵਾਰ 2 ਵਾਰ ਹੋਏ। ਤਾਂ ਇਹ ਕੋਸ਼ਿਸ਼ ਮਨੁੱਖਤਾ ਬਚਾਉਣ ਦੀ ਤਹਿਤ ਹੈ। ਦੂਜੀ ਉਹਨਾਂ ਨੂੰ ਸਿਹਤ ਦੇ ਤਹਿਤ ਨਾਲ ਵਿੱਦਿਆ ਹਾਸਲ ਕਰਨ ਲਈ ਬੱਚਾ, ਕਿਉਂਕਿ ਬੱਚਿਆਂ ਦਾ ਭਵਿੱਖ ਸਾਡੇ ਭਵਿੱਖ ਨਾਲ ਜੁੜਿਆ ਹੈਗਾ ਔਰ ਇਹ ਦੋ ਗੱਲਾਂ ਤੇ ਅਸੀਂ ਤਵੱਜੋ ਦੇ ਕੇ ਇਹਨੂੰ ਅੱਗੇ ਲੈ ਕੇ ਚੱਲਾਂਗੇ। ਤੁਸੀਂ 3 ਮਹੀਨੇ ਦੀ ਗੱਲ ਤੇ ਕਰ ਰਹੇ ਹੋ, 4.5 ਸਾਲ ਖਦਸ਼ਾ ਹੈਗਾ ਕਿ ਮੰਤਰੀ ਮੰਡਲ ਪਹਿਲਾਂ ਮਿਲ ਜਾਂਦਾ ਤੇ ਸ਼ਾਇਦ ਜ਼ਿਆਦਾ ਕੰਮ ਹੋ ਸਕਦੇ ਸੀ। ਜੇ ਗਾਂ ਦੁੱਧ ਦੇ ਦਿੰਦੀ ਲੱਸੀ ਰਿੜਕ ਲੈਂਦੇ, ਜੇ ਗਾਂ ਨੇ ਦੁੱਧ ਦਿੱਤਾ ਨਹੀਂ ਲੱਸੀ ਰਿੜਕੀ ਨਹੀਂ। ਜਿਹੜਾ ਲੇਖਾ ਜੋਖਾ ਹੈ ਉਹ ਤਾਂ ਮੈਂ ਆਪਣੇ ਹਿਸਾਬ ਕਿਤਾਬ ਆਪਣੇ ਕਾਰਗੁਜ਼ਾਰੀ ਦਾ ਦੇ ਸਕਦਾ ਨਾ, ਦੂਜਿਆਂ ਦੀ ਕਾਰਗੁਜ਼ਾਰੀ ਦਾ ਕੀ ਹਿਸਾਬ ਕਿਤਾਬ ਦੇਵਾਂਗਾ। ਦੂਜੇ ਹੈ ਤੇ ਤੁਹਾਡਾ ਹੀ ਸੀ, ਚਾਹੇ ਸੀਗੇ। ਅੱਜ ਤੁਸੀਂ ਸਾਡੇ ਨਾਲ ਆਪਣੇ ਹੋ, ਕੱਲ ਨੂੰ ਪਰਾਏ ਬਣ ਸਕਦੇ ਹੋ। ਸੋ ਇਹ ਸਮਾਂ ਹੀ ਸੀਮਤ ਕਰਦਾ ਹੁੰਦਾ ਹੈ ਕੌਣ ਕਿਹਦੇ ਨਾਲ ਹੈਗਾ, ਸਮਾਂ ਕਿਵੇਂ ਤਬਦੀਲ ਹੁੰਦਾ ਹੈ। ਕਿਉਂਕਿ ਜ਼ਿੰਦਗੀ ਦੇ ਸਫ਼ਰ 'ਚ ਆਪਾਂ ਨੂੰ ਜ਼ਿੰਦਗੀ ਦਾ ਨਹੀਂ ਪਤਾ ਹੈਗਾ ਕਿ ਜ਼ਿੰਦਗੀ ਕੱਲ ਨੂੰ ਹੈ ਜਾਂ ਨਹੀਂ ਹੈ। ਸੋ ਜੇ ਗਾਂ ਦੁੱਧ ਦਊਗੀ ਤਾਂ ਲੱਸੀ ਰਿੜਕਾਂਗੇ। ਲੇਕਿਨ ਗਾਂ ਨੇ ਤੇ ਦੁੱਧ ਦਿੱਤਾ ਸੀ, ਲੱਸੀ ਨਹੀਂ ਰਿੜਕੀ ਗਈ। ਹੁਣ ਰਿੜਕਣੀ ਸ਼ੁਰੂ ਕੀਤੀ ਹੋਈ ਹੈ ਨਾ। ਲੇਕਿਨ ਇਸ ਲੱਸੀ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਕਿ ਪੁਲਿਸ ਦਾ ਸਿਆਸੀਕਰਨ ਕਰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਹੈ ਕਿ ਵਿਕਰਮ ਮਜੀਠੀਆ ਤੇ ਜਿਹੜੀ FIR ਹੋਈ ਹੈ ਉਹ ਸਿਰਫ ਚੋਣਾਂ ਵੇਲੇ ਲਾਹਾ ਲੈਣ ਲਈ ਕੀਤੀ ਗਈ। ਦੇਖੋ ਅਗਰ ਕੋਈ ਅਸੀਂ ਮਾੜਾ ਕੰਮ ਕਰਾਂਗੇ ਨਾ, ਲੇਖਾ ਜੋਖਾ ਸਾਨੂੰ ਐਸੀ ਜ਼ਿੰਦਗੀ 'ਚ ਭੁਗਣਾ ਪੈਣਾ ਹੈ। ਔਰ ਮੇਰਾ ਖਿਆਲ ਸਿਆਸਤ ਤੌਰ ਤੇ ਵਿਤਕਰਾ ਕਿਤੇ ਵੀ ਨਹੀਂ ਕਰਨਾ ਚਾਹੀਦਾ। ਮੇਰਾ ਆਪਣੀ ਭਾਵਨਾ ਹੈ, ਮੇਰਾ ਆਪਣੇ ਵਿਚਾਰਧਾਰਾ ਰਹੀ ਹੈ। ਮੈਂ ਆਮ ਤੌਰ ਤੇ ਕਰਨਾ, ਕਿਸੇ ਨੂੰ ਕੋਈ ਨੀਮਾ ਦਿਖਾ ਕੇ ਇਨਸਾਨ ਉੱਚਾ ਨਹੀਂ ਬਣਦਾ ਹੁੰਦਾ। ਉਸ ਦੀ ਮਾਨਸਿਕਤਾ ਤੇ ਉਸ ਦੀ ਸੋਚਣੀ, ਉਸ ਦੀ ਕਾਬਲੀਅਤ ਜ਼ਾਹਿਰ ਹੁੰਦੀ ਹੈ, ਲੋਕਾਂ ਦੇ ਸਾਹਮਣੇ ਜਾਗਰਿਤ ਹੁੰਦੀ ਹੈ। ਤਾਂ ਮੈਂ ਸਮਝਦਾ ਜੇ ਕੋਈ ਮਾੜਾ ਕਰੂਗਾ ਇਹ ਜ਼ਿੰਦਗੀ 'ਚ ਵਿੱਚ ਹੋ ਕਿ ਵਿਕਰਮ ਤੇ FIR ਹੋਣੀ ਚਾਹੀਦੀ ਸੀ। ਦੇਖੋ ਇਹਦੇ ਬਾਰੇ ਤਕਰੀਰ ਕਰਨਾ ਮੈਂ ਮੁਨਾਸਿਬ ਨਹੀਂ ਸਮਝਾਂਗਾ, ਕਿਉਂਕਿ ਸਾਡੇ ਸੰਬੰਧ ਵੀ ਐਸੇ ਹਨਗੇ ਔਰ ਮੈਂ ਇਹਦੇ ਬਾਰੇ ਤਕਰੀਰ ਕਰਨਾ ਅੱਛਾ ਵੀ ਨਹੀਂ ਸਮਝਦਾ। ਕਿਉਂਕਿ ਸਾਰੇ ਅੱਜ ਕਹਿ ਰਿਹਾ, ਸਿਮਰਜੀਤ ਸਿੰਘ ਬੈਂਸ ਦਾ ਵੀ ਬਿਆਨ ਆ ਗਿਆ। ਉਹ ਕਹਿੰਦੇ ਕਿ ਸਮਾਂ ਜਿਹੜਾ ਹੈ ਨਾ ਉਹ ਸਵਾਲ ਖੜੇ ਕਰਦਾ ਹੈ ਕਿ ਇਸ ਸਮੇਂ ਹੀ ਕਿਉਂ FIR ਹੋਈ, ਪਹਿਲਾਂ ਕਿਉਂ ਨਹੀਂ ਹੋਈ। ਦੇਖੋ ਮੈਂ ਇਹਦੇ ਬਾਰੇ ਪਹਿਲਾਂ ਹੀ ਤੁਹਾਨੂੰ ਕਿਹਾ, ਜ਼ਿਕਰ ਮੈਂ ਕਰਨਾ ਨਹੀਂ ਚਾਹਾਂਗਾ ਕਿਉਂਕਿ ਸਾਡੇ ਸੰਬੰਧ ਵੀ ਹਨਗੇ। ਮੈਂ ਝੂਠ ਤਾਂ ਬੋਲਣਾ ਜਾਣਦਾ ਨਹੀਂ ਹੈ। ਮੈਂ ਸੱਚਾਈ ਤੌਰ ਤੇ ਆਮ ਤੌਰ ਤੇ ਇਲੈਕਸ਼ਨਾਂ ਕਹਿੰਦੇ ਜਦੋਂ ਰਿਸ਼ਤੇ ਦੇ ਵਿੱਚ ਸਿਆਸਤ ਆ ਜਾਏ ਨਾ ਤੇ ਸਟੀਕ ਗੱਲ ਨਿਕਲਦੀ ਹੈ। ਇਸ ਕਰਕੇ ਮੈਂ ਤੁਹਾਨੂੰ ਬਾਰ-ਬਾਰ ਆ ਸਵਾਲ ਪੁੱਛਿਆ। ਤੁਸੀਂ ਮੇਰੇ ਤੋਂ ਕੁਝ ਕਹਾਉਣਾ ਚਾਹੁੰਦੇ ਹੋ, ਆਪ ਹੀ ਕਹਿ ਦਿਓ। ਨਹੀਂ, ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਤੁਹਾਡੇ ਦਿਲ ਦੀ ਗੱਲ ਜਾਣਨਾ ਚਾਹੁੰਦਾ। ਮੈਂ ਤਾਂ ਤੁਹਾਨੂੰ ਕਿਹਾ ਕਿ ਲੇਖਾ ਜੋਖਾ ਜ਼ਿੰਦਗੀ 'ਚ ਐਸੀ ਪੂਰਾ ਹੋ ਜਾਣਾ ਹੁੰਦਾ ਹੈ। ਸਾਨੂੰ ਗਲਤਫਹਿਮੀ ਹੁੰਦੀ ਹੈ, ਇਨਸਾਨ ਗਲਤਫਹਿਮੀ ਦੇ ਸ਼ਿਕਾਰ ਬਣ ਜਾਂਦਾ ਹੈ। ਜੇ ਮੈਂ ਕਿਸੇ ਦਾ ਮਾੜਾ ਕਰਾਂਗਾ ਤਾਂ ਸੰਤਾਪ ਮੈਂ ਭੋਗਾਂਗਾ, ਜੇ ਮੈਂ ਚੰਗਾ ਕਰਾਂਗਾ ਉਸ ਦਾ ਇਲਾਹਾ ਵੀ ਲਾ, ਉਹਦੀ ਸੀਸਾਂ ਮੇਰੇ ਬੱਚਿਆਂ ਨੂੰ ਲੱਗਣਗੇ। ਚੁਣੌਤੀ ਕਿਸ ਨਾਲ ਹੈ? ਇਹ ਸਮਾਂ ਦੱਸੇਗਾ, ਸਮਾਂ ਸੀਮਤ ਕਰੇਗਾ। ਕਈ ਪਾਰਟੀਆਂ ਖੜੀਆਂ ਹੋਣਗੀਆਂ। ਚੁਣੌਤੀ ਜਿਹੜੀ ਹੈਗੀ ਸਾਰੀ ਪਾਰਟੀਆਂ, ਕਿਹੜਾ ਪਹਿਲਵਾਨ ਨਹੀਂ ਲੜਦਾ ਆਪਣਾ ਜਦ ਕੁਸ਼ਤੀ ਕਰਦੇ ਹਨਗੇ, ਪਹਿਲਵਾਨ ਠਿੱਬੀ ਮਾਰ ਕੇ ਸੁੱਟ ਲੈਂਦੇ ਹਨਗੇ, ਕੋਈ ਡਿੱਗ ਪੈਂਦਾ ਖੜ ਕੇ ਫਿਰ ਉੱਠ ਕੇ ਦੌੜ ਪੈਂਦਾ ਹੈਗਾ। ਤਾਂ ਕਿਹੜਾ ਪਹਿਲਵਾਨ ਨਹੀਂ ਕਹਿੰਦਾ ਕਿ ਮੈਂ ਨਾ ਜਿੱਤਾਂ। ਤਾਂ ਹਰ ਪਹਿਲਵਾਨ ਜਿਹੜੇ ਲੜਨ ਆਏ ਹਨਗੇ, ਹਰ ਆਪਣੇ ਆਪਣੇ ਦਾਅ ਪੇਚ ਖੇਲਣਗੇ। ਬਿਲਕੁਲ ਹਰ ਇੱਕ ਆਪਣੇ ਦਾਅ ਪੇਚ ਖੇਲਣਗੇ। ਲੇਕਿਨ ਅੱਜ ਸੋਨੂ ਸੂਦ ਦੀ ਨਾ ਇੱਕ ਗੱਲ ਯਾਦ ਆ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਪੇਜ ਦੇ ਉੱਪਰ ਵੀ ਉਹ ਡਾਇਲੋਗ ਪਿਆ ਸੀ ਕਿ ਲੀਡਰ ਉਹੀ ਜਿਹਨੂੰ ਧੱਕੇ ਨਾਲ ਲੀਡਰ ਬਣਾਇਆ ਜਾਏ। ਇਹ ਨਾ ਹੋਏ ਕਿ ਉਹ ਆਪ ਕਹੇ ਕਿ ਮੈਨੂੰ ਲੀਡਰ ਬਣਾਓ, ਮੈਨੂੰ ਲੀਡਰ ਬਣਾਓ। ਅੱਜ ਮੈਂ ਤੁਹਾਡਾ ਵੀ ਪ੍ਰਚਾਰ ਵੇਖ ਰਿਹਾ ਸੀ, ਤੁਸੀਂ ਕਹਿ ਰਹੇ ਸੀ ਕਿ ਜੇਕਰ ਕੰਮ ਕੀਤੇ ਨੇ ਤੇ ਵੋਟ ਦੇ ਦਿਓ, ਜੇਕਰ ਲੱਗਦਾ ਕੰਮ ਨਹੀਂ ਕੀਤੇ ਤੇ ਭਾਵੇਂ ਸੱਤਾ ਤੋਂ ਬਾਹਰ ਕਰ ਦਿਓ। ਦੇਖੋ ਇਸ ਤੇ ਸੱਚਾਈ ਕੀ ਹੈ, ਮੈਂ ਤਾਂ ਸੱਚਾਈ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਡੇ ਸਿਆਸਤ 'ਚ ਨਾ, ਦੇਸ਼ ਦੀ ਸਿਆਸਤ 'ਚ ਇਕੱਲੇ ਪੰਜਾਬ ਦੀ ਨਹੀਂ, ਬੜੀ ਗਿਰਾਵਟ ਆ ਗਈ ਹੈ। ਔਰ ਬਦਨਸੀਬੀ ਹੈ ਸਾਡੇ ਦੇਸ਼ ਦੀ ਕਿ ਰਾਜਨੀਤਿਕ ਅਦਾਰਿਆਂ 'ਚ ਵੀ ਗਿਰਾਵਟ ਆ ਗਈ ਹੈ, ਸਿਆਸੀ ਪਾਰਟੀਆਂ 'ਚ ਵੀ ਆ ਗਈ ਹੈ। ਔਰ ਬਦਨਸੀਬੀ ਨਾਲ ਅਸੀਂ ਉਦੋਂ ਜਦ ਉਂਗਲ ਚੁੱਕਦੇ ਹਾਂ ਇਹ ਨਹੀਂ ਅਹਿਸਾਸ ਕਰਦੇ ਕਿ 3-4 ਉਂਗਲਾਂ ਸਾਡੇ ਕੰਨੀ ਵੀ ਝਾਤੀ ਮਾਰਦੀਆਂ ਹਨ। ਔਰ ਜੇ ਸਮਾਜ 'ਚ ਅਸੀਂ ਆਪ ਸੰਘਰਸ਼ ਚੱਲ ਰਹੇ ਹਾਂ ਜਾਂ ਕਰ ਰਹੇ ਹਾਂ, ਆਪਣੇ ਬੱਚਿਆਂ ਦੇ ਭਵਿੱਖ ਲਈ ਕਰ ਰਹੇ, ਜੇ ਕਿਤੇ ਨਾ ਕਿਤੇ ਉਦੋਂ ਝਾਂਸਿਆਂ 'ਚ ਅਸੀਂ ਆ ਜਾਂਦੇ ਹਾਂ, ਜਿਹੜੇ ਲੋਕ ਕਿੰਤੂ ਪਰੰਤੂ ਕਰਦੇ ਹਨਗੇ, ਮਾੜੇ ਅਨਸਰ ਮੂਹਰੇ ਰਾਜਨੀਤਿਕ ਤੌਰ ਤੇ ਲੱਗ ਜਾਂਦੇ ਆ। ਤੇ ਇਸੇ ਲਈ ਮੈਂ ਜ਼ਿਕਰ ਕੀਤਾ ਕਿ ਮੇਰੀ ਕਾਰਗੁਜ਼ਾਰੀ ਜੇ ਚੰਗੀ ਹੈ ਤਾਂ ਮੈਨੂੰ ਵੋਟ ਪਾ ਦਿਓ, ਤਾਂ ਕਿ ਕਾਰਗੁਜ਼ਾਰੀ ਦੇ ਆਧਾਰ ਤੇ ਜੇ ਅਸੀਂ ਵੋਟਾਂ ਮੰਗਣੀਆਂ ਸ਼ੁਰੂ ਕਰ ਦਈਏ ਵਿਕਾਸ ਦੇ ਆਧਾਰ ਤੇ ਲੋਕਾਂ ਨੂੰ ਝਾਂਸੇ ਨਾ ਆਣ, ਲੋਕ ਸਿਆਣੇ ਬਣ ਜਾਣ।
ਮੈਂ ਸਮਝਦਾ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਸੁਖਾਲਾ ਹੋ ਜਾਊਗਾ, ਉਹਨਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਜਾਊਗਾ। ਤਾਂ ਉਦੋਂ ਸਿਆਸੀ ਪਾਰਟੀਆਂ ਨੂੰ ਵੀ ਮਜਬੂਰੀ ਹੋ ਜਾਊਗੀ ਚੰਗੇ ਲੋਕਾਂ ਨੂੰ ਨੁਮਾਇੰਦਗੀ ਦੇਣ ਲਈ। ਤਾਂ ਇਸ ਲਈ ਮੈਂ ਕੋਸ਼ਿਸ਼ ਕਰਦਾ। ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਝਾਂਸੇ ਦੇ ਵਿੱਚ ਨਾ ਆ ਜਾਣਾ। 2017 ਦੇ ਵਿੱਚ ਵੀ ਕਹਿੰਦੇ ਕਾਂਗਰਸ ਪਾਰਟੀ ਨੇ ਇੱਕ ਵੱਡਾ ਝਾਂਸਾ ਦਿੱਤਾ ਸੀ, 4.5 ਸਾਲ ਕੁਝ ਨਹੀਂ ਕੀਤਾ, ਕੈਪਟਨ ਨੂੰ ਲਾਂਭੇ ਕਰਕੇ ਉਹ ਸਾਰੇ ਜਿਹੜੇ ਪਾਪ ਨੇ ਉਹਨਾਂ ਤੋਂ ਖਹਿੜਾ ਛੁਡਾ ਲਿਆ। ਹੁਣ ਕਹਿੰਦੇ ਤੁਸੀਂ ਝਾਂਸੇ 'ਚ ਨਾ ਆ ਜਾਣਾ, ਹੁਣ ਵੀ ਉਹੀ ਹੋਣਾ ਜਿਹੜਾ 2017 'ਚ ਹੋਇਆ ਸੀ। ਇਹ ਤਾਂ ਤੁਸੀਂ ਕੇਜਰੀਵਾਲ ਸਾਹਿਬ ਦੀ ਭਾਸ਼ਾ ਬੋਲ ਰਹੇ ਲੱਗਦੇ ਹੋ। ਮੈਂ ਉਹਨਾਂ ਦੀ ਭਾਸ਼ਾ ਨਹੀਂ ਬੋਲ ਰਿਹਾ, ਮੈਂ ਕਹਿ ਰਿਹਾ ਕਿ ਵਿਰੋਧੀ ਇਸ ਤਰ੍ਹਾਂ ਦਾ ਪ੍ਰਚਾਰ ਕਰ ਰਹੇ ਨੇ, ਕਿੱਦਾਂ ਦੇਖਦੇ ਹੋ? ਮੈਂ ਕਲੀਅਰ ਕੱਟ ਡੈਮੇਜ ਕਰੂਗਾ ਪ੍ਰਚਾਰ। ਮੈਂ ਕਲੀਅਰ ਕਹਿ ਰਿਹਾ, ਦੋ ਅਲਫਾਜ਼ ਦੋ ਲਫ਼ਜ਼ਾਂ 'ਚ, ਕਿ ਮਾਨਿਆ ਉਹਨਾਂ ਦਾ ਮੈਂ ਬੜਾ ਸਤਿਕਾਰ ਕਰਦਾ ਸੀਗਾ, ਦਿੱਲੀ ਦੀ ਨੁਮਾਇੰਦਗੀ ਕਰਦੇ ਹਨਗੇ, ਔਰ ਇੱਕ ਗਰੀਬ ਵਿਅਕਤੀ ਤੌਰ ਤੇ ਮੇਰਾ ਵਜ਼ੀਰ ਇੱਕ ਸਾਥੀ ਹੋਏ, ਮੈਂ ਉਹਦੀ ਨਿੰਦਾ ਕਰਾਂ, ਨਿੰਦਾ ਕਰਕੇ ਉਹਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਾਂ, ਮੇਰੀ ਮਾਨਸਿਕਤਾ ਮੇਰੀ ਕਾਬਲੀਅਤ ਉਸ ਚੋਂ ਲੋਕਾਂ ਸਾਹਮਣੇ ਜਾਗਰਤ ਹੁੰਦੀ ਹੈ। ਕੇਜਰੀਵਾਲ ਸਾਹਿਬ ਦਾ ਜ਼ਿਕਰ ਕਰਨਾ ਕਿ ਇੱਕ ਜਾਲੀ ਕੇਜਰੀਵਾਲ ਪੰਜਾਬ 'ਚ ਬਣਿਆ ਫਿਰਦਾ ਹੈ, ਤਾਂ ਉਸ ਤੇ ਤੁਸੀਂ ਆਪ ਕੀ ਉਪੇਖਿਆ ਕੀ ਉਮੀਦ ਰੱਖ ਸਕਦੇ ਹੋ ਕਿ ਉਹ ਕਿਸ ਸੋਚ ਦੇ ਮਾਲਕ ਹਨ ਤੇ ਪੰਜਾਬ ਨੂੰ ਕੀ ਦੇਣ ਦੇਣਗੇ। ਜਿਨ੍ਹਾਂ ਨੇ ਆ ਕੇ ਝੂਠੇ ਸੱਚੇ ਵਾਅਦੇ ਕਰਕੇ ਸਿਹਤ ਦੇ ਤਹਿਤ ਵਿੱਦਿਆ ਦੇ ਤਹਿਤ ਕਈ ਦਾਅਵੇ ਪੇਸ਼ ਕੀਤੇ। ਸਭ ਤੋਂ ਵੱਧ ਜੇ ਕੋਵਿਡ ਦਾ ਨੁਕਸਾਨ ਹੋਇਆ ਦਿੱਲੀ 'ਚ ਹੋਇਆ। ਵਿੱਦਿਆ ਤਹਿਤ ਪੰਜਾਬ ਪਹਿਲੇ ਸਥਾਨ ਤੇ, ਦਿੱਲੀ ਵਿੱਦਿਆ 'ਚ ਛਠੇ ਸਥਾਨ ਤੇ ਹੈਗਾ। ਇਹ ਉਹੀ ਕੇਜਰੀਵਾਲ ਸਾਹਿਬ ਹੈ ਜਿਨ੍ਹਾਂ ਨੇ 3 ਕਾਲੇ ਕਾਨੂੰਨ ਅੱਜ ਤੱਕ ਨਹੀਂ ਰੱਦ ਕੀਤੇ ਸੀਗੇ, ਉਹਨਾਂ ਦਾ ਬਿੱਲ ਪਾਸ ਕੀਤਾ, ਅੱਜ ਤੱਕ ਡੀ ਨੋਟੀਫਾਈ ਨਹੀਂ ਕੀਤਾ। ਪੰਜਾਬ ਦੇ ਕਿਸਾਨ ਨੂੰ ਦੋਸ਼ੀ ਠਹਿਰਾਉਂਦੇ ਸੀਗੇ ਕਿ ਪਰਾਲੀ ਅੱਗ ਲਗਾਉਂਦਾ ਹੈਗਾ ਕਿਸਾਨ, ਪੰਜਾਬ ਦਾ ਕਿਸਾਨ, ਉਹਦੀ ਹਵਾ ਦਿੱਲੀ ਦਾ ਨੁਕਸਾਨ ਹੁੰਦਾ ਹੈਗਾ। ਔਰ ਅੱਜ ਸੁਪਰੀਮ ਕੋਰਟ ਨੇ ਤਕਰੀਰ ਕਰਕੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਕਿ 4 ਤੋਂ ਲੈ ਕੇ 10% ਜਿਹੜੀ ਹਵਾ ਦਾ ਨੁਕਸਾਨ ਹੋਇਆ, ਯੂਪੀ ਪੰਜਾਬ ਤੇ ਹਰਿਆਣਾ ਜਿਹੜੀ ਪਰਾਲੀ ਨੂੰ ਅੱਗ ਲਾਉਂਦੇ ਆ ਉਸ ਦਾ ਨੁਕਸਾਨ ਹੈ। ਬਾਕੀ ਦਿੱਲੀ ਤੇ ਕੇਂਦਰ ਦੀ ਸਰਕਾਰ ਨਾਕਾਮਯਾਬ ਹੋਈ ਹੈ, ਜਿਹਦੇ ਕਰਕੇ ਦਿੱਲੀ ਦੇ ਨਾਗਰਿਕ ਨੂੰ ਉਹਨਾਂ ਦੇ ਫੇਫੜਿਆਂ ਤੇ ਉਹਦਾ ਅਸਰ ਪੈ ਰਿਹਾ, ਔਰ ਜਿਹੜੀ ਹਵਾ ਹੈ ਸਾਫ਼ ਸੁਥਰਾ ਵਾਤਾਵਰਨ ਨਾਗਰਿਕ ਨੂੰ ਨਹੀਂ ਦੇ ਪਾ ਰਹੀ ਹੈ। ਸੋ ਇਸ ਲਈ ਮੈਂ ਤਾਂ ਬੇਨਤੀ ਕਰਦਾ ਕਿ ਦੇਖੋ, ਜਦ ਇਲੈਕਸ਼ਨਾਂ ਆਉਂਦੀਆਂ ਹੋਣਗੀਆਂ ਤੱਥਾਂ ਤੇ ਮੁੱਦਿਆਂ ਤੇ ਲੜਨੀਆਂ ਚਾਹੀਦੀਆਂ ਤਾਂ ਕਿ ਸਮਾਜ 'ਚ ਵੀ ਸੁਧਾਰ ਆਉਣਾ ਸ਼ੁਰੂ ਹੋ ਜਾਏ। ਜੇ ਆਪਾਂ ਨਿੰਦਾ ਕਰਨੀ ਸ਼ੁਰੂ ਕਰ ਦਈਏ, ਸਾਡੀ ਕਾਬਲੀਅਤ ਦੇਖਦੀ ਹੈ। ਮੇਰੇ ਖਿਲਾਫ ਸਾਰੇ ਨਿੰਦਾ ਕਰਦੇ ਹਨਗੇ, ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਹੋਏ, ਚੰਗੀ ਗੱਲ ਹੈ ਨਿੰਦਾ ਕਰਦੇ, ਮੈਂ ਉਹਦਾ ਵੀ ਸ਼ੁਕਰਗੁਜ਼ਾਰ ਕਰਦਾ। ਜੇ ਕੁਦਰਤ ਮਿਹਰਬਾਨ ਰਹਿੰਦਾ ਤਾਂ ਹੀ ਨਿੰਦਾ ਕਰਦੇ ਹਨਗੇ, ਤਾਂ ਹੀ ਕੁਦਰਤ ਮਿਹਰਬਾਨੀ ਰੱਖਦਾ ਹੈ। ਜਿਹੜਾ ਕੁਦਰਤ ਦਾ ਰੂਪ ਹੈ ਲੋਕਾਂ 'ਚ ਬਸਦਾ। ਇਹ ਵੀ ਗੱਲ ਆ ਜਾਂਦੀ ਹੈ ਨਾ ਕਿ ਇੱਕ ਉਂਗਲ ਜੇ ਸਾਹਮਣੇ ਵਾਲੇ ਦੀ ਤਰਫ ਕਰੋ ਤੇ 4 ਆਪਣੀ ਤਰਫ ਹੀ ਉੱਠਦੀਆਂ। ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ, ਤਾਂ ਮੈਂ ਅੱਜ ਤੱਕ ਨਿੰਦਾ ਕਿਸੇ ਦੀ ਕਰਦਾ ਨਹੀਂ ਆ, ਨਿੰਦਾ ਕਰਨਾ ਵੀ ਨਹੀਂ ਚਾਹੀਦਾ। ਨਿੰਦਾ ਕਰਕੇ ਕੋਈ ਇਨਸਾਨ ਉੱਚਾ ਤਾਂ ਹੁੰਦਾ ਨਹੀਂ ਹੈਗਾ। ਸੋ ਇਸ ਲਈ ਮੈਂ ਤੁਹਾਨੂੰ ਕਿਹਾ, ਤੁਸੀਂ ਇਹ ਉਹਨਾਂ ਨੂੰ ਸੀਰੀਅਸਲੀ ਨਾ ਲਿਆ ਕਰੋ। ਜਿਹੜੀ ਚੋਣਾਂ ਹੁੰਦੀਆਂ, ਚੋਣਾਂ ਜੇ ਆਪਾਂ ਪ੍ਰੈਸ ਦੇ ਤਹਿਤ ਹੀ ਆਪਾਂ ਵਿਕਾਸ ਦੇ ਕਾਰਜਾਂ ਦੇ ਅਧੀਨ ਲੜਨੇ ਸ਼ੁਰੂ ਕਰ ਦਈਏ, ਪ੍ਰੈਸ ਵੀ ਇਹਨੂੰ ਉਹਦੇ ਤਹਿਤ ਲੋਕਾਂ ਤੱਕ ਜਾਗਰਿਤ ਕਰਨਾ ਸ਼ੁਰੂ, ਸਮਾਜ 'ਚ ਕਾਫੀ ਸੁਧਾਰ ਆ ਜਾਏਗਾ। ਆਪਾਂ ਨੂੰ ਵੀ ਪਤਾ ਹੈ ਸੋਸ਼ਲ ਮੀਡੀਆ 'ਚ ਵੀ ਬਲੈਕਮੇਲਿੰਗ ਦਾ ਇੱਕ ਜ਼ਰੀਆ ਬਣ ਗਿਆ। ਜਿਹੜਾ ਸਾਡੇ WhatsApp ਤੇ ਗਰੁੱਪ ਚੱਲਦੇ ਹਨਗੇ, ਉਹ ਇੱਕ 10 ਕੰਮ ਕੀਤੇ ਹੋਣ 11ਵੇਂ ਕੰਮ ਜਾ ਕੇ ਫੋਟੋ ਖਿੱਚ ਦਿੰਦੇ ਹਨਗੇ ਕਿ ਇੱਥੇ ਪਾਣੀ ਖੜਾ ਹੈਗਾ। ਸੋ ਇਹ ਚੀਜ਼ਾਂ ਸੁਧਾਰਨ ਲਈ ਸਾਨੂੰ ਸਮਾਜ ਨੂੰ ਰਲ ਮਿਲ ਕੇ ਇਸ ਨੂੰ ਸੁਧਾਰਨਾ ਪੈਣਾ। ਤਾਂ ਹੀ ਮੈਂ ਪੁੱਛਿਆ ਕੀ ਕੀਤਾ ਕੀ ਨਹੀਂ ਕੀਤਾ। ਲੇਕਿਨ ਇੱਕ ਸਵਾਲ, ਤੁਸੀਂ ਖੇਤੀਬਾੜੀ ਮਹਿਕਮਾ ਵੀ ਤੁਹਾਡੇ ਕੋਲ ਸੀ, ਕਿਸਾਨ ਆਗੂ ਜਿਹੜੇ ਨੇ ਉਹ ਵੀ ਸਿਆਸਤ ਦਾ ਹਿੱਸਾ ਬਣ ਚੁੱਕੇ ਨੇ, ਉਹ ਵੀ ਆਪਣੀ ਪਾਰਟੀ ਬਣਾ ਕੇ ਚੋਣ ਮੈਦਾਨ ਦੇ ਵਿੱਚ ਹੈ, ਉਹਨਾਂ ਦੀ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਉਹਨਾਂ ਦਾ ਆਪਣਾ ਵਿਸ਼ਵਾਸ ਹੈ, ਮੈਂ ਉਹਨਾਂ ਦੀ ਥਾਂ ਤੇ ਹੁੰਦਾ। ਮੈਂ ਕਿਸਾਨ ਦਾ ਇੱਕ ਪਰਿਵਾਰ ਨਾਲ ਮੇਰਾ ਰਾਬਤਾ ਹੈ ਔਰ ਉਸ ਪਰਿਵਾਰ 'ਚ ਮੈਂ ਜਨਮ ਲਿੱਤਾ ਹੈ। ਜਿਹੜਾ ਪ੍ਰੈਸ਼ਰ ਗਰੁੱਪ ਹੁੰਦਾ ਹੈ, ਜਿਹੜਾ ਅਸੀਂ ਵਜਨ ਪਾ ਸਕਦੇ ਹਾਂ, ਪੰਜਾਬ ਸਰਕਾਰ ਤੇ ਵੀ ਪਾਇਆ। ਪੰਜਾਬ ਸਰਕਾਰ ਨੇ 3 ਕਾਲੇ ਕਾਨੂੰਨ ਸਦਨ 'ਚ ਰੱਦ ਕੀਤੇ। ਜਿਹੜਾ ਅਕਾਲੀ ਭਾਜਪਾ ਸਰਕਾਰ ਬਿੱਲ ਲੈ ਕੇ ਆਈ 2013 ਦਾ ਕੰਟਰੈਕਟ ਫਾਰਮਿੰਗ ਬਿੱਲ, ਉਹ ਵੀ ਅਸੀਂ ਰੱਦ ਕਰਵਾਇਆ। ਸੋਧ ਕੀਤੀ APMC ਐਕਟ, ਜਿਹੜਾ 1961 ਦਾ ਬਿੱਲ ਸੀਗਾ, ਉਹਦੇ ਤਹਿਤ ਜਿਹੜੀ 3 ਕਾਲੇ ਕਾਨੂੰਨ ਦੀ ਸਥਾਪਨਾ ਕੀਤੀ ਗਈ 2013 ਦੇ ਪੰਜਾਬ ਕੰਟਰੈਕਟ ਫਾਰਮਿੰਗ ਬਿੱਲ ਦੇ ਤਹਿਤ, ਉਹ ਦਬਾਅ ਪਾ ਕੇ ਸਾਡੇ ਤੋਂ ਰੱਦ ਕਰਾ ਸਕੇ। ਕੇਂਦਰ ਦੀ ਸਰਕਾਰ ਨੂੰ ਮਜਬੂਰਨ ਤੌਰ ਤੇ ਦਬਾਅ ਪਾ ਕੇ ਉਹ ਉਹਨਾਂ ਤੋਂ ਰੱਦ ਕਰਾ ਸਕੇ। ਅੱਜ ਜੇ ਉਹ ਸਿਆਸਤ ਤੌਰ ਤੇ ਆਪ ਰੁਝਾਨ ਵਿੱਚ ਆਉਂਦੇ ਹਨਗੇ, ਕਿਤੇ ਨਾ ਕਿਤੇ ਲੋਕਾਂ ਦੀ ਭਾਵਨਾ ਨੂੰ ਠੇਸ ਪਹੁੰਚੂ, ਕਿਉਂਕਿ ਹਰ ਪਾਰਟੀਆਂ ਨੇ ਉਹਨਾਂ ਦੀ ਹਮਾਇਤ ਕੀਤੀ, ਹਰ ਵਰਗ ਨੇ ਉਹਨਾਂ ਦੀ ਹਮਾਇਤ ਕੀਤੀ। ਉੱਥੇ ਪਹੁੰਚੇ, ਆਪਣੇ ਪਰਿਵਾਰਾਂ ਨੂੰ ਛੱਡ ਕੇ ਅੰਦੋਲਨ 'ਚ ਬੈਠੇ, ਯੋਗਤਾ ਪਾਈ। ਔਰ ਮੈਂ ਸਮਝਦਾ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਨੂੰ ਵੀ ਕਿਤੇ ਦੇ ਉਹਨਾਂ ਭਾਵਨਾ ਨੂੰ ਠੇਸ ਪਹੁੰਚੀ। ਉਹ ਕਹਿੰਦੇ ਸਿਸਟਮ 'ਚ ਰਹਿ ਕੇ ਸਿਸਟਮ ਨੂੰ ਬਦਲ ਕੇ ਵਿਖਾਵਾਂਗੇ। ਅੱਜ ਜਿਹੜੀਆਂ ਮੰਗਾਂ ਅਸੀਂ ਕਹਿੰਦਾ ਸਰਕਾਰਾਂ ਤੋਂ ਕਰਦੇ ਹਾਂ, ਜੇ ਸਰਕਾਰ ਦਾ ਹਿੱਸਾ ਹੋਵਾਂਗੇ ਤੇ ਉਹ ਮੰਗਾਂ ਖੁਦ ਹੀ ਪੂਰੀ ਕਰਕੇ ਵਿਖਾਵਾਂਗੇ। ਤੁਸੀਂ ਪਹਿਲਾਂ ਵੀ ਜਾਣਕਾਰ ਹੋ, ਕਈ ਪਾਰਟੀਆਂ ਨੇ ਉਹਨਾਂ ਦਾ, ਜਿਹੜੇ ਖੁਦ ਕਿਸਾਨ ਸੰਘਰਸ਼ ਮੋਰਚੇ ਦੇ ਮੁਖੀਆ ਹਨਗੇ, ਉਹਨਾਂ ਨੇ ਉਹਨਾਂ ਨੂੰ ਬੇਨਤੀ ਵੀ ਕੀਤੀ ਪਹਿਲਾਂ,
ਨਕਾਰਿਆ ਵੀ ਹੁਣ ਕਿ ਅਸੀਂ ਇਹਨਾਂ ਨੂੰ ਕਿਸਾਨ ਸੰਘਰਸ਼ ਮੋਰਚੇ ਚੋਂ ਕੱਢਤਾ। ਔਰ ਉਹਦਾ ਕਾਰਨ ਵਿਸ਼ੇਸ਼ ਤੌਰ ਤੇ ਕਿਉਂਕਿ ਜਿਹੜਾ ਦਬਾਅ ਹੈ ਉਹ ਦਬਾਅ ਗਾਹਾਂ ਕੇਂਦਰ ਦੀ ਸਰਕਾਰ ਤੇ ਔਰ ਪੰਜਾਬ ਸਰਕਾਰ ਤੇ ਘਟ ਪੈਣਾ ਸ਼ੁਰੂ ਹੋ ਜਾਊਗਾ। ਔਰ ਜੇ ਅਸੀਂ ਉਸ ਹਿੱਸੇ ਦਾ ਭਾਗੀਦਾਰੀ ਬਣ ਗਏ ਜਿਹੜਾ ਹਿੱਸਾ ਅਸੀਂ ਦਬਾ ਸਕਦੇ ਸੀ ਇੱਕ ਸਮੇਂ ਤੇ, ਤਾਂ ਕਿਤੇ ਨਾ ਕਿਤੇ ਸਾਡੀ ਸੋਚਣ 'ਚ ਵੀ ਘਾਟ ਹੁੰਦੀ ਹੈ ਨਾ। ਤੋ ਇਹ ਲੋਕਾਂ ਨੇ ਫੈਸਲਾ ਕਰਨਾ ਹੈ, ਲੋਕਾਂ ਨੇ ਨਿਰਣਾ ਇਸ ਦਾ ਲੈਣਾ ਹੈ ਔਰ ਲੋਕ ਨਿਰਣਾ 20 ਫਰਵਰੀ ਨੂੰ ਦੇ ਦੇਣਗੇ। ਬਿਲਕੁਲ। ਇੱਕ ਆਖਰੀ ਸਵਾਲ, ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨੂੰ ਲੈ ਕੇ ਵਿਰੋਧੀ ਦੇ ਤੌਰ ਤੇ ਕਾਂਗਰਸ ਦੇ ਸਾਹਮਣੇ ਖੜੇ ਨੇ, ਕਿਦਾਂ ਦੇਖਦੇ ਹੋ ਉਹਨਾਂ ਨੂੰ? ਨਹੀਂ, ਬੀਜੇਪੀ ਦੇ ਨਾਲ ਰਲ ਕੇ, ਤੁਹਾਡਾ ਕਹਿਣ ਦਾ ਭਾਵ? ਬੀਜੇਪੀ ਨੂੰ ਨਾਲ ਲੈ ਕੇ ਕਾਂਗਰਸ ਦੇ ਸਾਹਮਣੇ ਵਿਰੋਧੀ ਬਣ ਕੇ ਖੜੇ ਨੇ ਕੈਪਟਨ ਅਮਰਿੰਦਰ ਸਿੰਘ, ਜਿਹੜੇ 2017 ਦੇ ਵਿੱਚ ਕਾਂਗਰਸ ਦਾ ਮੁੱਖ ਚਿਹਰਾ ਸੀ। ਮੇਰਾ ਖਿਆਲ ਇਸ ਦਾ ਵੀ ਫੈਸਲਾ ਹੈ ਜਿਹੜਾ 2022 ਨੂੰ 20 ਫਰਵਰੀ ਨੂੰ ਆਈ ਜਾਏਗਾ, ਤੁਹਾਨੂੰ ਪਤਾ ਲੱਗ ਜਾਏਗਾ। ਜਿਹੜਾ ਨਿਰਣੇ ਲੋਕਾਂ ਨੇ ਲੈਣਾ ਹੈ, ਤੁਸੀਂ ਆਪ ਹੀ ਹੁਣ ਜ਼ਿਕਰ ਕਰਕੇ ਹਟਿਓ। ਮੈਨੂੰ ਤਾਂ ਕਹਿਣ ਬੀਜੇਪੀ ਦੇ ਨਾਲ ਖੜੇ ਹਨਗੇ। ਨੁਕਸਾਨ ਜੇ ਪੰਜਾਬ ਦਾ ਸਭ ਤੋਂ ਵੱਧ ਹੋਇਆ ਤਾਂ ਕਿਸਾਨਾਂ ਦਾ ਹੋਇਆ, ਔਰ ਜਿਹੜੇ 407 ਕਿਸਾਨ ਸ਼ਹੀਦ ਹੋਏ ਆ ਉਹ ਪੰਜਾਬ ਦੇ ਸ਼ਹੀਦ ਹੋਏ। ਲਗਭਗ 700 ਕਿਸਾਨ ਸਾਡੇ ਦੇਸ਼ ਦੇ ਸ਼ਹੀਦ ਹੋਏ। ਤਾਂ ਕਿਤੇ ਨਾ ਕਿਤੇ ਬੇਕਸੂਰ ਜ਼ਿੰਦਗੀਆਂ ਦਾ ਨੁਕਸਾਨ ਹੋਇਆ। ਉਸ ਦਾ ਇੰਜਾਮ ਜਿਹੜਾ ਹੈ ਲੇਖਾ ਜੋਖਾ ਕੁਦਰਤ ਤਾਂ ਕਹਿੰਦੇ ਕਰ ਦਿੰਦਾ ਨਾ, ਜਿਹੜਾ ਮੈਂ ਪਹਿਲਾਂ ਆ ਕੇ ਤੁਹਾਨੂੰ ਦਰਸਾਇਆ ਹੈ, ਤੇ ਕੁਦਰਤ ਨੇ ਕਰਨਾ ਕਿ ਕੁਦਰਤ ਦਾ ਰੂਪ ਵੀ ਲੋਕਾਂ 'ਚ ਬਸਦਾ ਹੈ। ਧੰਨਵਾਦ ਸਾਡੇ ਨਾਲ ਗੱਲਬਾਤ ਕਰਨ। ਥੈਂਕ ਯੂ ਵਨੀਤ ਜੀ। ਬਹੁਤ ਦੇਖੋ, ਕਾਕਾ ਰਣਦੀਪ ਸਿੰਘ ਨਾਭਾ ਜਿਹੜੇ ਨੇ ਉਹ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਵਿਕਾਸ ਦਾ ਮਾਡਲ ਲੈ ਕੇ ਲੋਕਾਂ ਦੇ ਵਿੱਚ ਵਿਚਰਦਾ ਹੋਇਆ ਨਜ਼ਰ ਆ ਰਿਹਾ। ਨਿੰਦਿਆ ਕਰਕੇ ਚੋਣਾਂ ਜਿਹੜੀਆਂ ਨੇ ਉਹ ਜਿੱਤੀਆਂ ਨਹੀਂ ਜਾ ਸਕਦੀਆਂ। ਵਿਕਾਸ ਦਾ ਮਾਡਲ, ਕੰਮਾਂ ਨੂੰ ਵਿਖਾ ਕੇ ਚੋਣਾਂ ਜਿਹੜੀਆਂ ਨੇ ਉਹ ਜਿੱਤੀਆਂ ਜਾਂਦੀਆਂ ਨੇ। ਇਸ ਤਰ੍ਹਾਂ ਦੀ ਗੱਲ ਕਾਕਾ ਰਣਦੀਪ ਸਿੰਘ ਨਾਭਾ ਕਹਿੰਦੇ ਹੋਏ ਨਜ਼ਰ ਆਏ ਨੇ। ਦਾਅਵਾ ਵੀ ਪੇਸ਼ ਕੀਤਾ ਕਿ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ। ਵੇਖਣ ਵਾਲੀ ਗੱਲ ਰਹੇਗੀ ਕਿ ਸੂਬੇ ਦੀ ਜਨਤਾ ਜਿਹੜੀ ਹੈ ਇਹਨਾਂ ਦਾ ਜਿਹੜਾ ਦਾਅਵਾ ਹੈ ਕਿਆ ਉਸ ਨੂੰ ਪ੍ਰਵਾਨ ਕਰਦੀ ਹੈ ਜਾਂ ਫਿਰ ਨਹੀਂ। ਕੈਮਰਾਮੈਨ ਆਨੰਦ ਦੇ ਨਾਲ ਵਿਨਿਤ ਕਪੂਰ, ਦੈਨਿਕ ਸਵੇਰਾ ਟੀਵੀ, ਅਮਲੋ।